बिस्मिल्लाहिर्रहमानिर्रहीम। अस्सलाम वालेकुम व रहमतुल्लाहि व बरकातहू। की हाल चाल है जी? ठीक ठाक हो? उम्मीद है अल्लाह ताला दे हुक्म दे नाल इंशाअल्लाह तुसी सारे ठीक ठाक होवोगे। अल्लाह ताला सब ते रहमत फरमाए, अल्लाह ताला सब नूं अपने हिफ्ज़ ईमान दे विच रखे। अज दे व्लॉग दे विच मैं तुहानूं इंडियन एक्टर शेफाली जिहदे उत्ते कल भी मैं वीडियो बनाई सी कि ਉਹਦੀ मौत 27 तरीक ਨੂੰ ਵਾਕਿਆ ਹੋਈ ਸੀ और उसकी मौत क्यों वाकिया हुई ਹੁਣ पोस्टमार्टम रिपोर्ट ਜਿਹੜੀ ਆਈ ਆ ਉਹਦੇ ਵਿੱਚ ਸਾਰੇ ਇਨਕਸ਼ਾਫਾਤ ਕੀਤੇ ਗਏ ਨੇ। ਦੱਸਿਆ ਗਿਆ ਕਿ ਉਹਦੇ ਵਿੱਚ ਕੀ ਐਸਾ ਉਹਨੇ ਕੰਮ ਕੀਤਾ ਕਿ ਜਿਹਦੀ ਵਜ੍ਹਾ ਨਾਲ ਉਹਦੀ ਮੌਤ ਵਾਕਿਆ ਹੋ ਗਈ। ਅੱਜ ਦੀ ਇਸ ਵੀਡੀਓ ਦੇ ਵਿੱਚ ਸਾਰੀ ਤਫਸੀਲ ਮੈਂ ਤੁਹਾਨੂੰ ਦੱਸਾਂਗਾ ਕਿ ਇੱਕ ਨੌਜਵਾਨ ਖੂਬਸੂਰਤ 45 ਸਾਲ ਹਜੇ ਉਹਦੀ ਉਮਰ ਸੀ ਤੇ ਆਪਣੀ ਜ਼ਿੰਦਗੀ ਦੀ ਬਾਜ਼ੀ ਹਾਰ ਗਈ। ਤੇ ਇਨਸਾਨ ਨੂੰ ਇਹਨਾਂ ਚੀਜ਼ਾਂ ਤੋਂ ਜਿਹੜੀਆਂ ਉਹ ਕਰਦੀ ਸੀ ਉਹਨਾਂ ਤੋਂ ਪਰਹੇਜ਼ ਕਰਨਾ ਚਾਹੀਦਾ। ਇਸੇ ਵਜ੍ਹਾ ਨਾਲ ਫਿਰ ਇਨਸਾਨ ਜਿਹੜਾ ਉਹ ਲੰਬੀ ਜ਼ਿੰਦਗੀ ਵੀ ਜੀ ਸਕਦਾ। ਤੇ ਉਹ ਕਿਹੜੀ ਐਸੀ ਗੱਲ ਸੀ, ਕਿਹੜੇ ਐਸੇ ਕੰਮ ਸੀ ਜਿਹੜੇ ਉਹ ਕਰਦੀ ਸੀ ਜਿਹਦੀ ਵਜ੍ਹਾ ਨਾਲ ਉਹਦੀ ਮੌਤ ਵਾਕਿਆ ਹੋ ਗਈ ਔਰ ਪੋਸਟਮਾਰਟਮ ਰਿਪੋਰਟ ਦੇ ਵਿੱਚ ਉਹ ਸਾਰਾ ਕੁਝ ਆ ਗਿਆ। ਤੇ ਉਹਦੇ ਮੁਤਲਕ ਸਾਰੀ ਤਫਸੀਲਾਤ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ। ਲਓ ਜੀ, ਜੇ ਚੈਨਲ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ, ਲਾਈਕ ਔਰ ਸ਼ੇਅਰ ਜ਼ਰੂਰ ਕਰ ਦਿਆ ਕਰੋ ਔਰ ਨਾਲ ਨਾਲ ਘੰਟੀ ਦੇ ਬਟਨ ਨੂੰ ਜ਼ਰੂਰ ਦਬ ਦਿਆ ਕਰੋ ਤਾਂ ਕਿ ਜਦੋਂ ਵੀ ਨਵੀਂ ਵੀਡੀਓ ਅਪਲੋਡ ਹੋਵੇ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਇਸ ਤਰ੍ਹਾਂ ਤੁਸੀਂ ਮੇਰੇ ਨਾਲ ਜੁੜੇ ਰਹਿ ਸਕਦੇ ਹੋ। ਅਦਾਕਾਰਾ शेफाली इंडिया ਦੀ बहुत मशहूर अदाकारा सन 2002 ਦੇ ਵਿੱਚ ਕਾਂਟਾ ਲਗਾ ਗਾਣੇ ਦੇ ਵਿੱਚ ਅਦਾਕਾਰੀ ਕੀਤੀ ਔਰ ਇਹਦੇ ਉੱਤੇ ਉਹਨੂੰ ਇੰਨੀ ਮਸ਼ਹੂਰੀ ਮਿਲੀ ਵੀ ਛੱਡ ਗੱਲਾਂ ਦਾ ਉਹ। ਇਸ ਤੋਂ ਬਾਅਦ ਫਿਰ ਉਹ ਬਹੁਤ ਮਸ਼ਹੂਰ ਹੋ ਗਈ। ਬੜੀਆਂ ਫਿਲਮਾਂ ਦੇ ਵਿੱਚ ਮੈਂ ਫਿਰ ਕੰਮ ਕੀਤਾ। ਇਹਨੇ ਆਪਣੀ ਜ਼ਿੰਦਗੀ 'ਚ ਤੁਹਾਨੂੰ ਕੱਲ ਵੀ ਦੱਸਿਆ ਸੀ ਕੱਲ ਦੀ ਵੀਡੀਓ ਦੇ ਵਿੱਚ ਕਿ 2 ਸ਼ਾਦੀਆਂ ਕਰਾਈਆਂ ਸੀ। ਇੱਕ ਹਰਮੀਤ ਸਿੰਘ ਸੀ 2004 ਦੇ ਵਿੱਚ ਸ਼ਾਦੀ ਕਰਾਈ ਸੀ ਉਹਦੇ ਨਾਲ, ਫਿਰ 2009 ਚ ਅਲੱਗਾ ਹੋ ਗਿਆ ਸੀ। ਫਿਰ ਇਹਨੇ ਉਹ ਜਿਹੜਾ ਇੱਕ ਪਰਾਗ ਨਿਆਗੀ ਸੀ ਅਦਾਕਾਰ ਆ ਉਹਦੇ ਨਾਲ ਸ਼ਾਦੀ ਕਰਾਈ 2015 ਦੇ ਵਿੱਚ ਤੇ ਉਹ ਹਜੇ ਤੱਕ ਉਹਦੀ ਸ਼ਾਦੀ ਕਾਇਮ ਸੀ। ਤੇ ਹਰ ਬੰਦਾ ਜਿਹੜਾ ਨਾ ਖਾਸ ਕਰ ਜਿਹੜੇ ਅਦਾਕਾਰ ਨੇ ਇਹ ਆਪਣੀ ਸਿਹਤ ਦਾ ਬੜਾ ਖਿਆਲ ਕਰਦੇ ਨੇ, ਆਪਣੀ ਫਿਟਨੈਸ ਦਾ। ਅਸੀਂ ਲੋਕ ਆ ਜਿਹੜੇ ਹਰ ਸ਼ੈ ਨੂੰ ਬੀੜ ਜਾਂਦੇ ਆ, ਗੋਸ਼ਤ ਹੋਵੇ, ਨਿਹਾਰੀ, ਸੀਰੀ, ਪਾਏ ਔਰ ਫੂਡ ਸਟਰੀਟ ਜਿਹੜੀਆਂ ਆਮ ਗਲੀਆਂ ਦੇ ਵਿੱਚ ਚੀਜ਼ਾਂ ਵਿਕਦੀਆਂ ਨੇ ਅਸੀਂ ਖਾ ਪੀ ਕੇ ਢਕਾਰ ਮਾਰ ਜਾਂਦੇ ਆ। ਇਹ ਲੋਕ ਜਿਹੜੇ ਨੇ ਬੜੀ ਅਹਤਿਆਤ ਕਰਦੇ ਨੇ, ਖਾਸ ਕਰ ਸ਼ੋਬਿਜ਼ ਇੰਡਸਟਰੀ ਵਾਲੇ, ਕਿਉਂਕਿ ਇਹ ਆਪਣੀ ਸਿਹਤ ਦਾ ਬੜਾ ਖਿਆਲ ਕਰਦੇ ਨੇ ਕਿ ਮੈਂ ਮੋਟਾ ਨਾ ਹੋਵਾਂ, ਪਤਲਾ ਰਵਾਂ, ਸਮਾਰਟ ਰਵਾਂ। ਫਾਲਤੂ ਚੀਜ਼ਾਂ ਤੋਂ ਖਾਣ ਪੀਣ ਤੋਂ ਬਹੁਤ ਪਰਹੇਜ਼ ਕਰਦੇ ਨੇ। ਫਿਰ ਇਹਨਾਂ ਨੇ ਖਾਣੇ ਵੀ ਐਵੇਂ ਹਲਕੀ ਹਲਕੀ ਚੀਜ਼ ਹੁੰਦੀ ਆ। ਅਸੀਂ ਲੋਕਾਂ ਨੇ ਜਿੱਥੇ 2 ਰੋਟੀਆਂ ਦੀ ਭੁੱਖ ਆ, ਸਾਨੂੰ ਕੋਈ ਚੀਜ਼ ਅੱਛੀ ਲੱਗੀ ਤਾਂ ਅਸੀਂ ਉੱਥੇ 3 ਰੋਟੀਆਂ ਵੀ ਖਾ ਜਾਣੀਆਂ ਅਗਰ ਸਾਲਣ ਅੱਛਾ। ਤੇ ਇਹ ਲੋਕਾਂ ਨੇ ਅਗਰ 2 ਰੋਟੀਆਂ ਦੀ ਭੁੱਖ ਆ ਤਾਂ ਇਹਨਾਂ ਨੇ ਇੱਕ ਹੀ ਖਾਣੀ ਆ। ਇਸੇ ਤਰ੍ਹਾਂ ਅਦਾਕਾਰਾ शेफाली ਜਿਹੜੀ ਹੈ ਨਾ ਆਪਣੀ ਸਿਹਤ ਦਾ ਬੜਾ ਖਿਆਲ ਕਰਦੀ ਸੀ। ਪੋਸਟਮਾਰਟਮ ਰਿਪੋਰਟ ਦੇ ਵਿੱਚ ਜਿਹੜੀ ਆ ਰਿਪੋਰਟ ਆਈ ਆ ਕਿ ਜਿਸ ਦਿਨ 27 ਜੂਨ ਨੂੰ ਇਹਦੀ ਡੈਥ ਹੋਈ ਆ ਉਸ ਤੋਂ ਬਾਅਦ ਇਹਨੂੰ ਹਸਪਤਾਲ ਦੇ ਵਿੱਚ ਲੈ ਕੇ ਗਏ। ਫਿਰ ਪੋਸਟਮਾਰਟਮ ਰਿਪੋਰਟ ਕੀਤੀ ਗਈ। ਪਤਾ ਚੱਲਿਆ ਕਿ ਇਹਦਾ ਜਿਹੜਾ ਮਿਹਦਾ ਸੀ ਬਿਲਕੁਲ ਖਾਲੀ ਸੀ। ਤੇ ਇਹਦਾ ਸ਼ੋਹਰ ਦੱਸਦਾ ਕਿ ਇਹਨੇ ਉਸ ਦਿਨ ਜਿਸ ਤਰ੍ਹਾਂ ਮੁਸਲਮਾਨ ਰੋਜ਼ੇ ਰੱਖਦੇ ਆ ਨਾ ਇਹ ਵੀ ਇਸ ਤਰ੍ਹਾਂ ਰੋਜ਼ੇ ਰੱਖਦੇ ਨੇ, ਉਹਦਾ ਕੋਈ ਰੋਜ਼ਾ ਸੀ ਜਿਹਦੀ ਵਜ੍ਹਾ ਨਾਲ ਮਿਹਦਾ ਖਾਲੀ ਸੀ। ਫਿਰ ਪੋਸਟਮਾਰਟਮ ਰਿਪੋਰਟ ਦੇ ਵਿੱਚ ਇਹ ਇਨਕਸ਼ਾਫ ਹੋਇਆ ਕਿ ਇਹ ਐਂਟੀ ਏਜਿੰਗ ਆ ਉਮਰ ਨਾ बढ़ने ਦੀ ਦਵਾਈ ਖਾਂਦੀ ਸੀ, ਇੰਜੈਕਸ਼ਨ ਲਗਵਾਉਂਦੀ ਸੀ, ਕੈਪਸੂਲ ਵੀ ਖਾਂਦੀ ਸੀ। ਉਹ ਜਿਹੜੀ ਐਂਟੀ ਏਜਿੰਗ ਦਵਾਈ ਸੀ ਉਹਨੇ ਇੰਨਾ ਅਸਰ ਕੀਤਾ ਕਿ ਉਹਨੂੰ ਹਾਰਟ ਅਟੈਕ ਹੋ ਗਿਆ, ਦਿਲ ਦਾ ਦੌਰਾ ਪੈ ਗਿਆ। ਇਸੇ ਤਰ੍ਹਾਂ ਸਾਡੇ ਲੋਕਾਂ ਨੂੰ ਚਾਹੀਦਾ ਕਿ ਅਸੀਂ ਬੇਫਜ਼ੂਲੀ ਐਵੇਂ ਦਵਾਈਆਂ ਖਾਈ ਜਾਂਦੇ ਨੇ ਡਾਕਟਰ ਦੇ ਕਹਿਣ ਤੋਂ ਬਗੈਰ ਹੀ। ਡਾਕਟਰ ਵੀ ਅਗਰ ਕਵੇ ਉਹਨੂੰ ਵੀ ਕਿਸੇ ਮਿਕਦਾਰ ਦੀ ਹੱਦ ਤੱਕ ਹੀ ਰੱਖੇ, ਕਿਉਂਕਿ ਦਵਾਈ ਵੇਚਣੇ ਵਾਲੇ ਨੇ ਤਾਂ ਦਵਾਈ ਆਪਣੀ ਵੇਚੀ ਜਾਣੀ ਨਾ। ਉਹਨੇ ਕਹਿਣਾ ਆਹ ਲੈ ਲਓ, ਆਹ ਲੈ ਲਓ, ਤੇ ਉਹਦਾ ਸਾਈਡ ਇਫੈਕਟ ਨਹੀਂ ਦੱਸਣਾ। ਉਹਦਾ ਸਾਈਡ ਇਫੈਕਟ ਫਿਰ ਜਿਹੜਾ ਬਹੁਤ ਦੇਰ ਬਾਅਦ ਜਾ ਕੇ ਸਾਹਮਣੇ ਆਉਂਦਾ। ਇਹ 34 ਸਾਲ ਦੀ ਉਮਰ ਸੀ ਇਹਦੀ। ਪਿਛਲੇ 8 ਸਾਲ ਤੋਂ ਬਿਲਾ ਨਾਗਾ ਹਰ ਰੋਜ਼ ਨਿਹਾਰ ਮੂੰਹ ਖਾਲੀ ਪੇਟ
ਇਹ ਐਂਟੀ ਏਜਿੰਗ ਕੈਪਸੂਲ ਖਾਂਦੀ ਸੀ, ਜਿਹਦੀ ਵਜ੍ਹਾ ਨਾਲ ਇਹਦੀ ਮੌਤ ਵਾਕਿਆ ਹੋਈ ਆ। ਐਂਟੀ ਏਜਿੰਗ ਕੈਪਸੂਲ ਤਾਂ ਕਿ ਮੈਂ ਬਿਲਕੁਲ ਪਤਲੀ ਰਵਾਂ, ਮੇਰੀ ਏਜ ਜਿਹੜੀ ਆ ਉਮਰ ਉਹ ਜ਼ਿਆਦਾ ਨਾ ਲੱਗੇ। ਕਈ ਲੋਕ ਦਵਾਈਆਂ ਖਾਂਦੇ ਨੇ ਰੰਗ ਗੋਰਾ ਕਰਨੇ ਦੀ, ਕੋਈ ਪਤਲਾ ਹੋਣ ਦੀ, ਤੇ ਇਸੇ ਤਰ੍ਹਾਂ ਇਸ ਤਰ੍ਹਾਂ ਦੀਆਂ ਦਵਾਈਆਂ ਨਹੀਂ ਖਾਣੀਆਂ ਚਾਹੀਦੀਆਂ, ਕਿਉਂਕਿ ਅੱਲਾ ਨੇ ਜੋ ਇਨਸਾਨ ਨੂੰ ਬਣਾਤਾ ਉਹੀ ਰਹਿਣਾ। ਕੁਦਰਤ ਦੇ ਕਾਨੂੰਨ ਦੇ ਖਿਲਾਫ ਤੁਸੀਂ ਨਹੀਂ ਜਾ ਸਕਦੇ। ਆਪਣੀ ਉਮਰ ਨੂੰ ਕਿਸ ਤਰ੍ਹਾਂ ਦਵਾਈਆਂ ਨਾਲ ਰੋਕ ਸਕਦੇ ਹੋ? ਆਪਣਾ ਰੰਗ ਕਿਸ ਤਰ੍ਹਾਂ ਦਵਾਈਆਂ ਨਾਲ ਗੋਰਾ ਕਰ ਸਕਦੇ ਹੋ? ਬਾਕੀ ਦਵਾਈਆਂ ਵੇਚਣੇ ਵਾਲੇ ਨੇ ਤਾਂ ਤੁਹਾਨੂੰ ਐਸੀ ਗੋਲੀ ਦੇਣੀ ਆ ਕਿ ਆ ਵੀ ਖਾ ਲਓ, ਆ ਵੀ ਖਾ ਲਓ, ਤੁਸੀਂ ਐ ਹੋ ਜਾਓਗੇ, ਲੇਕਿਨ ਇਹ ਸਾਈਡ ਇਫੈਕਟ ਜਿਹੜਾ ਆਸਤਾ ਆਸਤਾ ਸ਼ੁਰੂ ਹੁੰਦਾ। ਹੁਣ ਦੇਖੋ, ਪਿਛਲੇ ਲੋਕ ਸੀ ਜਿਹੜੇ ਉਹ ਲੱਸੀ ਪੀਂਦੇ ਸੀ। ਪਿਛਲੇ ਦੌਰ ਦੇ ਵਿੱਚ ਯਾਰ ਨਾ ਸ਼ੂਗਰ ਦਾ ਪਤਾ ਸੀ, ਨਾ ਬਲੱਡ ਪ੍ਰੈਸ਼ਰ ਦਾ ਕਿਸੇ ਨੂੰ ਪਤਾ ਸੀ। ਉਹ ਦੁੱਧ, ਲੱਸੀ ਤੇ ਮਕਈ ਦੀਆਂ ਰੋਟੀਆਂ ਇਸ ਤਰ੍ਹਾਂ ਹਰ ਸ਼ੈ ਖਾਂਦੇ ਸੀ, ਤੇ ਫਿਰ ਕੰਮ ਵੀ ਇੰਨਾ ਕਰਦੇ ਸੀ, ਇਹਨਾਂ ਨੂੰ ਪਤਾ ਹੀ ਨਹੀਂ ਸੀ ਬਿਮਾਰੀਆਂ ਦਾ। ਪਿਛਲੇ ਲੋਕਾਂ ਦੀਆਂ ਤੁਸੀਂ ਉਮਰਾਂ ਵੇਖੋ ਕਿੰਨੀਆਂ ਕਿੰਨੀਆਂ ਨੇ, ਤੇ ਅੱਜ ਕੱਲ ਉਮਰ ਕਿੰਨੀ ਆ? ਮੈਨੂੰ ਨਹੀਂ ਲੱਗਦਾ ਕਿ 50 ਸਾਲ ਤੋਂ ਉੱਤੇ ਕੋਈ ਜਾਂਦਾ ਹੋਵੇ। 50 ਸਾਲ ਤੋਂ ਉੱਤੇ ਜਿਹੜੀ ਆ ਸਮਝੋ ਕਿ ਤੁਹਾਡੀ ਬੋਨਸ ਦੀ ਜ਼ਿੰਦਗੀ ਆ। ਇੰਨੀਆਂ ਉਮਰਾਂ ਘੱਟ ਹੋ ਗਈਆਂ। ਇਹ 42 ਸਾਲਾ ਸ਼ਫਾਲੀ ਸੀ ਜਿਹੜੀ ਇਸ ਤਰ੍ਹਾਂ ਜਿੰਨੀਆਂ ਵੀ ਦਵਾਈਆਂ ਸੀ ਖਾ ਖਾ ਕੇ, ਤੇ ਜਦੋਂ ਇਸ ਤਰ੍ਹਾਂ ਦੀਆਂ ਦਵਾਈਆਂ ਖਾਵੋਗੇ ਫਿਰ ਤੁਹਾਡੇ ਗੁਰਦੇ ਜਿਹੜੇ ਨੇ ਉਹ ਫੇਲ ਹੋ ਜਾਂਦੇ ਨੇ, ਹਾਰਟ ਅਟੈਕ ਹੀ ਹੋਣਾ ਨਾ। ਤੇ ਅੱਲਾਹ ਤਾਲਾ ਰਹਿਮਤ ਫਰਮਾਏ। ਇਹ ਤੁਸੀਂ ਕਮੈਂਟਸ ਬਾਕਸ ਦੇ ਵਿੱਚ ਦੱਸਣਾ ਕਿ ਅਦਾਕਾਰਾ ਸ਼ਫਾਲੀ ਜਿਹੜੀ ਇਹ ਦਵਾਈਆਂ ਖਾਂਦੀ ਰਹੀ ਆਪਣੀ ਉਮਰ ਤੱਕ ਨਾ ਜ਼ਿਆਦਾ ਲੱਗੇ, ਮਹਿਸੂਸ ਹੋਵੇ ਬੜੇ ਨਾ, ਇਹਨੇ ਠੀਕ ਕੀਤਾ ਜਾਂ ਗਲਤ ਕੀਤਾ। ਅਗਰ ਤੁਸੀਂ ਵੀ ਕੋਈ ਦਵਾਈ ਇਸ ਤਰ੍ਹਾਂ ਦੀ ਖਾ ਰਹੇ ਹੋ ਰੰਗ ਗੋਰਾ ਕਰਨੇ ਵਾਲੀ, ਆਪਣੀ ਸਕਿਨ ਚਿਹਰਾ ਜਿਹੜਾ ਝੁਰੀਆਂ ਨਾ ਪੈਣ ਪਈ ਮੇਰੇ ਚਿਹਰੇ ਤੇ ਦਵਾਈ ਖਾ ਰਹੇ ਹੋ ਜਾਂ ਰੰਗ ਗੋਰਾ ਕਰ ਰਹੇ ਹੋ, ਤੇ ਇਹ ਸਾਰਾ ਕੁਝ ਛੱਡ ਦਿਓ, ਇਹ ਬਹੁਤ ਗਲਤ ਆ। ਤੇ ਇਹਦੇ ਨਾਲ ਬੰਦੇ ਨੂੰ ਸਾਈਡ ਇਫੈਕਟ ਬਹੁਤ ਜ਼ਿਆਦਾ ਹੋ ਜਾਂਦੇ ਨੇ। ਬਾਕੀ ਇਹ ਨਾ ਕਹੋ ਕਿ ਦੇਖੋ ਜੀ ਉਹ ਮਸ਼ਹੂਰੀ ਆਈ ਉਹ ਚੀਜ਼ ਦਾ ਏਡੀ ਅੱਛੀ ਆ, ਯਾਰ ਚੀਜ਼ ਵੇਚਣੇ ਵਾਲੇ ਨੇ ਤਾਂ ਮਸ਼ਹੂਰੀ ਦੇਣੀ ਆ ਨਾ, ਤੇ ਇਹ ਤੁਹਾਡਾ ਕੰਮ ਆ ਕਿ ਤੁਸੀਂ ਉਹਨੂੰ ਨਾ ਖਾਵੋ। ਆਪਣਾ ਪਰਹੇਜ਼ ਜਿਹੜਾ ਆ ਉਹ ਤਰੀਕੇ ਨਾਲ ਰੱਖੋ, ਚੱਲੋ, ਤਾਂ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਮੁਸ਼ਕਲਾਤ ਪੇਸ਼ ਨਾ ਆਣ। ਤੇ ਅੱਲਾਹ ਤਾਲਾ ਸਭ ਤੇ ਰਹਿਮਤ ਫਰਮਾਏ। ਅੱਲਾਹ ਤਾਲਾ ਸਭ ਨੂੰ ਆਪਣੇ ਹਿਫਜ਼ੋ ਈਮਾਨ ਚ ਰੱਖੇ। अस्सलामु अलैकुम व रहमतुल्लाहि व बरकातहू।